ਹੈਲੋ ਸਟੂਡੈਂਟਸ, ਜਿਸ ਤਰ੍ਹਾਂ ਕਿ ਤੁਹਾਨੂੰ ਸਰ ਨੂੰ ਪਤਾ ਹੀ ਹੈ ਕਿ ਹੁਣ ਤੁਹਾਡੇ ਐਗਜ਼ਾਮ ਸਟਾਰਟ ਹੋਣ ਵਾਲੇ ਆ ਔਰ ਕਿਉਂਕਿ ਇਹ ਐਗਜ਼ਾਮ ਤੁਹਾਡੇ ਫਸਟ ਅਟੈਂਪਟੇਸ਼ਨ ਹੈਗੀ ਹੈ GTB ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿੱਚ। ਸੋ ਇਸ ਕਰਕੇ ਕੁਝ ਇੰਸਟਰਕਸ਼ਨਸ ਤੁਹਾਨੂੰ ਦੇਣੀਆਂ ਬਣਦੀਆਂ। ਸੈਪਟੰਬਰ ਅਕਤੂਬਰ ਟੈਸਟ ਕਿਉਂਕਿ ਆਨਲਾਈਨ ਹੋਏ ਅਤੇ ਤੁਸੀਂ ਕੋਈ ਵੀ ਰਿਟਨ ਐਗਜ਼ਾਮ ਸਕੂਲ ਦੇ ਵਿੱਚ ਅਟੈਂਪਟ ਨਹੀਂ ਕੀਤਾ, ਇਸ ਕਰਕੇ ਕੁਛ ਇੰਸਟਰਕਸ਼ਨਸ ਔਰ ਕੁਛ ਪੁਆਇੰਟਸ ਜੋ ਨੋਟ ਕਰਨ ਵਾਲੇ ਆ ਤਾਂ ਕਿ ਤੁਹਾਨੂੰ ਐਗਜ਼ਾਮ ਦੇ ਫਸਟ ਡੇ ਕੋਈ ਪ੍ਰੋਬਲਮ ਨਾ ਹੋਏ। ਉਹ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਨਾਲ ਦੇਖਣਾ ਔਰ ਐਗਜ਼ਾਮ ਦੇ ਵਿੱਚ ਵੀ ਐਕਿਊਰੇਟ ਫਿਲ ਕਰਨੇ ਵਾਸਤੇ ਇਸ ਵੀਡੀਓ ਨੂੰ ਪੂਰਾ ਦੇਖਣਾ। ਤੇ ਸਭ ਤੋਂ ਪਹਿਲੇ ਆਪਾਂ ਦੇਖੀਏ ਕਿ ਅਗਰ ਡੇਟ ਹੈ, ਸਪੋਜ਼ ਤੁਹਾਡਾ ਇੰਗਲਿਸ਼ ਦਾ ਐਗਜ਼ਾਮ ਜਿਸ ਦਿਨ ਸਟਾਰਟ ਹੋ ਰਿਹਾ ਅਤੇ ਉਸ ਦਿਨ ਤੁਹਾਡੀ ਡੇਟ ਹੈਗੀ 12 ਮਾਰਚ 2021 ਡੇਟ ਫਿਲ ਕਰ ਦਿੱਤੀ। ਕਲਾਸ +1 ਅਗਰ ਤੁਸੀਂ ਸਟਰੀਮ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹਾਂ ਮੈਡੀਕਲ ਕਾਮਰਸ, ਰਾਈਟ। ਅਗਰ ਤੁਸੀਂ ਮੈਡੀਕਲ ਦੇ ਸਟੂਡੈਂਟ ਹੈਗੇ ਆ ਤਾਂ ਮੈਡੀਕਲ ਲਿਖ ਸਕਦੇ ਹਾਂ। ਅਗਰ ਪੇਪਰ ਜਾਂ ਐਗਜ਼ਾਮ ਦੇ ਬਾਰੇ ਦੱਸਿਆ ਗਿਆ ਅਤੇ ਇੱਥੇ ਤੁਸੀਂ ਫਾਈਨਲ ਐਗਜ਼ਾਮ ਲਿਖ ਸਕਦੇ ਹਾਂ। ਮਾਰਚ 21 ਵੀ ਲਿਖ ਸਕਦੇ ਹਾਂ 2021 ਜਾਂ ਫਾਈਨਲ ਐਗਜ਼ਾਮ ਵੀ ਲਿਖ ਸਕਦੇ ਹਾਂ। ਅਗਰ ਇੱਥੇ ਪ੍ਰੀ ਬੋਰਡ ਹੁੰਦਾ ਹੈ ਤਾਂ ਫਿਰ ਪ੍ਰੀ ਬੋਰਡ ਲਿਖਿਆ ਜਾਂਦਾ ਔਰ ਇੱਥੇ ਫਾਈਨਲ ਹੈ। ਸਬਜੈਕਟ, ਹੁਣ ਸਪੋਜ਼ ਤੁਹਾਡਾ ਜਨਰਲ ਇੰਗਲਿਸ਼ ਦਾ ਸਬਜੈਕਟ ਦਾ ਐਗਜ਼ਾਮ ਹੈ ਅਤੇ ਤੁਸੀਂ ਜਨਰਲ ਇੰਗਲਿਸ਼ ਲਿਖਣੀ ਹੈ ਔਰ ਫਿਰ ਉਸ ਤੋਂ ਬਾਅਦ ਮੀਡੀਅਮ, ਅਤੇ ਇੰਗਲਿਸ਼ ਦੇ ਸਬਜੈਕਟ ਦੇ ਐਗਜ਼ਾਮ ਦਾ ਮੀਡੀਅਮ ਵੀ ਇੰਗਲਿਸ਼ ਹੀ ਹੋਏਗਾ। ਅਗਰ ਇਸ ਦੀ ਜਗ੍ਹਾ ਹੋਮ ਸਾਇੰਸ ਹੋ ਗਿਆ, ਹਿਸਟਰੀ ਹੋ ਗਿਆ ਜਾਂ ਇਨਵਾਇਰਮੈਂਟ ਹੋ ਗਿਆ, ਵੈਲਕਮ ਲਾਈਫ ਹੋ ਗਿਆ, ਅਤੇ ਫਿਰ ਤੁਸੀਂ ਉਹਦਾ ਮੀਡੀਅਮ ਇੱਥੇ ਮੈਂਸ਼ਨ ਕਰ ਸਕਦੇ ਹਾਂ ਕਿ ਤੁਸੀਂ ਪੰਜਾਬੀ ਮੀਡੀਅਮ ਦੇ ਵਿੱਚ ਪੇਪਰ ਦੇ ਰਹੇ ਹਾਂ ਕਿ ਹਿੰਦੀ ਮੀਡੀਅਮ ਦੇ ਵਿੱਚ ਦੇ ਰਹੇ ਹਾਂ। ਅਤੇ ਇੱਥੇ ਜਨਰਲ ਇੰਗਲਿਸ਼ ਦਾ ਪੇਪਰ ਹੈ ਔਰ ਇੰਗਲਿਸ਼ ਹੀ ਇਹਦਾ ਮੀਡੀਅਮ ਹੋਏਗਾ। ਅਦਰਵਾਈਜ਼ ਤੁਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਅਗਰ ਆਪਣਾ ਪੇਪਰ ਅਟੈਂਪਟ ਕਰ ਰਹੇ ਹੋ ਤਾਂ ਤੁਸੀਂ ਉਹਨੂੰ ਮੈਂਸ਼ਨ ਕਰ ਸਕਦੇ ਹਾਂ। ਹੁਣ ਦੇਖੀਏ ਮੇਨ ਗੱਲ ਹੈ ਨੇਮ ਆਫ ਦਾ ਰੋਲ ਨੰਬਰ, ਨੇਮ ਆਫ ਦਾ ਸਟੂਡੈਂਟ ਦੇ ਵਿੱਚ ਸਪੋਜ਼ ਮੈਂ ਆਪਣਾ ਨਾਮ ਫਿਲ ਕਰਦੀ ਹਾਂ ਔਰ ਹੁਣ ਕੌਰ ਲਿਖਣਾ ਹੈ। ਹੁਣ ਮੈਂ ਇੱਕ ਸਪੇਸ ਦੇਵਾਂਗੀ ਇੱਕ ਬਾਕਸ ਦਾ, ਉਸ ਤੋਂ ਬਾਅਦ ਆਫਟਰ ਦੈਟ ਇਹ ਐਲਫਾਬੈਟਸ ਦਿੱਤੇ ਹੋਏ ਆ ਜਿਹਦੇ ਅੰਦਰ ਸਰਕਲਸ ਹੈ ਔਰ ਤੁਸੀਂ ਆਪਣੇ ਐਲਫਾਬੈਟ ਦੇ ਅੱਗੇ ਜਾ ਕੇ ਸਰਕਲ ਕਰਨਾ ਹੈ M, ਦੈਨ A। ਇਸ ਤਰ੍ਹਾਂ ਦੀ ਸ਼ੀਟ ਤੁਸੀਂ 10th ਦੇ ਵਿੱਚ ਵੀ ਫਿਲ ਕੀਤੀ ਹੋਣੀ ਹੈ। N, ਦੈਨ J, I and T। ਆਫਟਰ ਦੈਟ ਸਪੇਸ ਤੋਂ ਬਾਅਦ K, A, then U, and R। ਇਹ ਤੁਹਾਡਾ ਨੇਮ ਫਿਲ ਹੋ ਗਿਆ। ਇਹਦੇ ਵਿੱਚ ਕੋਈ ਗਲਤੀ ਨਹੀਂ ਕਰਨੀ, ਐਕਿਊਰੇਟ ਹੋਣਾ ਚਾਹੀਦਾ। ਔਰ ਇਸ ਤੋਂ ਬਾਅਦ ਤੁਸੀਂ ਇਸ ਸ਼ੀਟ ਦੇ ਵਿੱਚ ਦੇਖੋ ਕਿ ਨੀਚੇ ਫਾਦਰ ਨੇਮ ਲਿਖਿਆ ਹੋਇਆ ਅਤੇ ਆਪਣੇ ਫਾਦਰ ਦਾ ਨਾਮ ਇੱਥੇ ਤੁਸੀਂ ਲਿਖਣਾ ਹੈ। ਸਪੋਜ਼ ਮੈਂ ਇਹ ਨੇਮ ਲਿਖ ਦਿੰਦੀ ਹਾਂ, ਇੱਥੇ ਆਪਣੇ ਫਾਦਰ ਦਾ ਨਾਮ ਲਿਖਣਾ ਹੈ। ਫਿਰ ਰੋਲ ਨੰਬਰ ਇਨ ਨੰਬਰ ਦੇ ਵਿੱਚ ਸਪੋਜ਼ ਮੇਰਾ ਰੋਲ ਨੰਬਰ ਹੈ 1151, ਸਪੋਜ਼ ਮੇਰਾ ਇਹ ਰੋਲ ਨੰਬਰ ਹੈ। ਔਰ ਕਈ ਵਾਰ 5 ਨੂੰ ਤੁਸੀਂ 6 ਨਾ ਲਿਖ ਦੇਵੋ ਜਾਂ ਕੁਛ ਮਿਸਅੰਡਰਸਟੈਂਡਿੰਗ ਨਾ ਹੋ ਜਾਏ, ਇਸ ਕਰਕੇ ਵਰਡਸ ਦੇ ਵਿੱਚ ਵੀ ਇੱਕ ਰੋਲ ਨੰਬਰ ਦੀ ਲਿਖਣ ਵਾਸਤੇ ਜਗ੍ਹਾ ਇੱਥੇ ਦਿੱਤੀ ਹੋਈ ਹੈ ਔਰ ਇੱਥੇ ਤੁਸੀਂ ਪੂਰਾ ਲਿਖਣਾ ਹੈ। 1151 ਵੀ ਲਿਖ ਸਕਦੇ ਹਾਂ, 1151 ਵੀ ਲਿਖ ਸਕਦੇ ਹਾਂ ਔਰ ਇਹਨੂੰ ਤੁਸੀਂ ਵਰਡਸ ਦੇ ਵਿੱਚ
इस तरीके दे नाल रोल नंबर नूं मैंशन करना है। एक दो चीज़ां होर भी होणगीਆਂ, लेकिन ये वो चीज़ां दसियां गईयां जो मोस्ट इंपॉर्टेंट है तुहानूं फिल करन वास्ते एग्जाम दे विच। ਇੱਥੇ ਤੁਹਾਡੇ ਜੋ ਰੂਮ ਦੇ ਵਿੱਚ ਇਨਵਿਜੀਲੇਟਰ ਹੋਣਗੇ ਉਹਨਾਂ ਦੇ ਸਾਈਨ ਹੋਣਗੇ, ਜਾਂ ਚੈਕਿੰਗ ਤੋਂ ਬਾਅਦ ਤੋਂ ਜੋ ਮਾਰਕਸ ਦਾ ਫਾਰਮੈਟ ਬਣਿਆ ਉੱਥੇ ਮਾਰਕਸ ਫਿਲ ਹੋਣੇ ਆ। ਫਿਲਹਾਲ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਇੱਕ ਇੱਥੇ ਸਬਜੈਕਟ ਸਹੀ ਹੋਣਾ ਚਾਹੀਦਾ, ਡੇਟ ਸਹੀ ਹੋਣੀ ਚਾਹੀਦੀ ਹੈ, ਨੇਮਸ ਠੀਕ ਹੋਣਾ ਚਾਹੀਦਾ, ਔਰ ਇੱਥੇ ਰੋਲ ਨੰਬਰ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਰੋਲ ਨੰਬਰ ਗਲਤ ਨਹੀਂ ਹੋਣਾ ਚਾਹੀਦਾ, ਔਰ ਇੱਥੇ ਵਰਡਸ ਦੇ ਵਿੱਚ ਵੀ ਲਿਖਣ ਦੇ ਲਈ ਸਪੈਲਿੰਗ ਸਹੀ ਲਿਖ ਕੇ ਆਪਣਾ ਰੋਲ ਨੰਬਰ ਐਕੂਰੇਟ ਫਿਲ ਕਰਨਾ। ਬਾਕੀ ਹੋਰ ਵੀ ਕੋਈ ਚੀਜ਼ ਅਗਰ ਤੁਹਾਨੂੰ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਜਾਂ ਰੂਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੈ, ਦੈਨ ਯੂ ਕੈਨ ਆਸਕ ਯੂਰ ਟੀਚਰਸ, ਆਸਕ ਯੂਰ ਇੰਚਾਰਜਿਸ ਜੋ ਰੂਮ ਦੇ ਵਿੱਚ ਹੋਣੇ ਆ, ਉਹਨਾਂ ਤੋਂ ਪੁੱਛ ਸਕਦੇ ਹਾਂ। ਔਰ ਦੂਸਰੀ ਗੱਲ ਕਿ ਇਸ ਸ਼ੀਟ ਤੋਂ ਦੀ ਬੈਕ ਸਾਈਡ 'ਤੇ ਜਦੋਂ ਇਸ ਸ਼ੀਟ ਦੀ ਬੈਕ ਸਾਈਡ ਕਰਦੇ ਹਾਂ, ਯੂ ਡੋਂਟ ਹੈਵ ਟੂ ਰਾਈਟ ਐਨੀਥਿੰਗ ਬਿਹਾਈਂਡ ਦਿਸ ਸ਼ੀਟ। ਤੁਸੀਂ ਨੈਕਸਟ ਸ਼ੀਟ ਜੋ ਹੋਏਗੀ ਲਾਈਨਿੰਗ ਵਾਲੀਆਂ ਸ਼ੀਟ ਹੋਣੀਆਂ, ਪਲੇਨ ਨਹੀਂ ਹੋਣੀ, ਤੁਸੀਂ ਇੱਥੋਂ ਆਪਣਾ ਕੁਐਸਚਨ ਸਟਾਰਟ ਕਰਨਾ ਹੈ। ਸਪੋਜ਼ ਇਹ ਤੁਹਾਡਾ ਸੈਕਿੰਡ ਪੇਜ ਹੈ, OMR ਸ਼ੀਟ ਦੇ ਬੈਕ ਸਾਈਡ 'ਤੇ ਕੁਛ ਨਹੀਂ ਲਿਖਣਾ ਇੱਥੇ, ਔਰ ਇੱਥੇ ਤੁਸੀਂ ਆਪਣਾ ਆਨਸਰ 1 ਪ੍ਰੋਪਰ ਮੈਂਸ਼ਨ ਕਰਕੇ ਆਨਸਰ A B ਜਾਂ ਜੋ ਵੀ ਜਿਸ ਤਰ੍ਹਾਂ ਵੀ ਹੈ ਉਸ ਤਰੀਕੇ ਦੇ ਨਾਲ ਮੈਂਸ਼ਨ ਕਰਨਾ ਹੈ। ਔਰ ਨੀਟ ਐਂਡ ਕਲੀਨ ਪੇਪਰ ਨੂੰ ਅਟੈਂਪਟ ਕਰਨੇ ਦੀ ਕੋਸ਼ਿਸ਼ ਕਰਨੀ ਹੈ, ਔਰ ਆਪਣੇ ਆਨਸਰ ਸ਼ੀਟਸ ਨੂੰ ਪਹਿਲੇ OMR ਫਿਲ ਕਰਨ ਤੋਂ ਪਹਿਲੇ ਚੈੱਕ ਕਰ ਲੈਣਾ ਕਿ ਤੁਹਾਡੇ ਆਨਸਰ ਸ਼ੀਟ ਕਿਤੇੋਂ ਫਟੀ ਤਾਂ ਨਹੀਂ ਹੈਗੀ ਹੈ। ਠੀਕ ਹੈ, ਕੋਈ ਪ੍ਰੋਬਲਮ ਹੈ ਤੁਸੀਂ ਆਪਣੇ ਟੀਚਰ ਦੇ ਨਾਲ ਗੱਲ ਕਰਕੇ ਆਪਣੀ ਸ਼ੀਟ ਨੂੰ ਚੇਂਜ ਕਰਵਾ ਸਕਦੇ ਹੋ ਇਸ ਪੇਜ ਨੂੰ ਫਿਲ ਕਰਨ ਤੋਂ ਪਹਿਲੇ। ਔਰ ਦੂਸਰੀ ਗੱਲ ਕਿ ਕੋਈ ਵੀ ਸਟੂਡੈਂਟ ਹਾਫ ਟਾਈਮ ਤੋਂ ਪਹਿਲੇ ਆਪਣੇ ਰੂਮ ਨੂੰ ਛੱਡ ਕੇ ਬਾਹਰ ਨਹੀਂ ਜਾਏਗਾ। ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਏ ਕਿ ਅਗਰ 9:30 ਤੇ ਐਗਜ਼ਾਮ ਸਟਾਰਟ ਹੁੰਦਾ ਹੈ, ਯੂ ਹੈਵ ਟੂ ਬੀ ਇਨ ਦ ਰੂਮ ਐਟ 9:15 ਔਰ 9 o'clock ਤੁਸੀਂ ਸਕੂਲ ਪਹੁੰਚਣਾ। ਸਕੂਲ ਪਹੁੰਚ ਕੇ ਸਭ ਤੋਂ ਪਹਿਲੇ ਕੀ ਚੀਜ਼ ਦੇਖਣੀ ਹੈ, ਸਭ ਤੋਂ ਪਹਿਲੇ ਸਿਟਿੰਗ ਪਲਾਨ ਲੱਗਿਆ ਹੋਏਗਾ। ਸਿਟਿੰਗ ਪਲਾਨ ਦੇ ਵਿੱਚ ਤੁਸੀਂ ਆਪਣਾ ਰੋਲ ਨੰਬਰ ਫਾਈਂਡ ਆਊਟ ਕਰਨਾ ਹੈ। ਇਹ ਸਿਟਿੰਗ ਪਲਾਨ 2 ਜਗ੍ਹਾ ਲੱਗਾ ਹੋਏਗਾ। ਠੀਕ ਹੈ, ਇੱਕ ਜਿੱਥੇ ਨੋਟਿਸ ਬੋਰਡ ਲੱਗਿਆ ਹੁੰਦਾ ਹੈ ਉੱਥੇ ਹੋਣਾ ਆ, ਦੂਸਰਾ ਗਰਲਸ ਵਾਸਤੇ ਅਲੱਗ ਜਗ੍ਹਾ ਲੱਗਿਆ ਹੋਏਗਾ, ਉੱਥੇ ਤੁਸੀਂ ਆਪਣੀ ਸਿਟਿੰਗ ਚੈੱਕ ਕਰਨੀ ਹੈ। ਔਰ ਸਿਟਿੰਗ ਤੋਂ ਬਾਅਦ ਫਿਰ ਆਪਣਾ ਉਸ ਪਲਾਨ ਦੇ ਵਿੱਚ ਰੋਲ ਨੰਬਰ ਫਾਈਂਡ ਆਊਟ ਕਰਨਾ। ਰੋਲ ਨੰਬਰ ਸਰਚ ਕਰਨ ਤੋਂ ਬਾਅਦ ਤੁਹਾਨੂੰ ਰੂਮ ਪਤਾ ਲੱਗ ਜਾਏਗਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਰੂਮ ਨੰਬਰ ਦੇ ਵਿੱਚ ਤੁਹਾਡਾ, ਕਿਹੜੇ ਰੋ ਦੇ ਵਿੱਚ ਤੁਹਾਡਾ ਬੈਂਚ ਹੋਏਗਾ। ਤੁਸੀਂ ਉੱਥੇ ਆਪਣੇ ਰੂਮ ਦੇ ਵਿੱਚ 9:15 ਤੱਕ ਕਿਸੇ ਵੀ ਹਾਲਤ ਵਿੱਚ ਪਹੁੰਚ ਜਾਣਾ, ਸੋ ਦੈਟ ਕਿ 9:30 ਤੇ ਤੁਹਾਨੂੰ ਕੁਐਸਚਨ ਪੇਪਰ ਡਿਸਟ੍ਰੀਬਿਊਟ ਹੋ ਜਾਣਾ। ਔਰ ਫਾਈਨਲੀ 2:30 ਤੇ ਪੇਪਰ ਖ਼ਤਮ ਹੋ ਰਿਹਾ। 2:30 ਦੇ ਬਾਅਦ ਕਿਸੇ ਵੀ ਸਟੂਡੈਂਟ ਦੀ ਆਨਸਰ ਸ਼ੀਟ ਨਹੀਂ ਲਈ ਜਾਏਗੀ। ਉਸ ਤੋਂ ਪਹਿਲੇ ਹੀ ਤੁਸੀਂ ਫ੍ਰੀ ਹੋ ਜਾਓਗੇ ਤੇ ਆਪਣੀ ਆਨਸਰ ਸ਼ੀਟ ਦੇ ਕੇ 12:30 ਤੇ ਤੁਹਾਡੀ ਛੁੱਟੀ ਹੈ। ਉਸ ਤੋਂ ਬਾਅਦ ਤੁਸੀਂ ਘਰਾਂ ਨੂੰ ਜਾ ਸਕਦੇ ਹੋ। ਸੋ ਕੁਝ ਇੰਸਟਰਕਸ਼ਨਸ ਦੇਣੀਆਂ ਸੀਗੀਆਂ, ਜਿਹਦੇ ਵਿੱਚ ਕਿ ਇੱਕ ਹੋਰ ਚੀਜ਼ ਹੈ ਕਿ ਕੋਸ਼ਿਸ਼ ਕਰਨੀ ਹੈ ਆਪਣੀ ਸਟੇਸ਼ਨਰੀ ਸਾਰੀ ਨਾਲ ਲੈ ਕੇ ਆਉਣੀ ਹੈ। ਕੋਈ ਵੀ ਸਟੇਸ਼ਨਰੀ ਕਿਸੇ ਦੀ ਨਹੀਂ ਲੈ ਕੇ ਤੁਸੀਂ ਯੂਜ਼ ਕਰਨੇ ਦੀ ਕੋਸ਼ਿਸ਼ ਕਰਨੀ, ਅਵੋਇਡ ਕਰਨਾ ਹੈ ਕਿਸੇ ਦੀ ਕੋਈ ਵੀ ਚੀਜ਼ ਨੂੰ ਸ਼ੇਅਰ ਕਰਨ ਦੇ ਲਈ। ਔਰ ਦੂਸਰੀ ਵਾਟਰ ਬੋਟਲ ਆਪਣੇ ਨਾਲ ਲੈ ਕੇ ਆਉਣੀ ਹੈ, ਬਾਰ-ਬਾਰ ਬਾਹਰ ਨਾ ਜਾਣਾ ਪਵੇ। ਔਰ ਬੈਂਚਸ ਦੇ ਉੱਪਰ ਤੁਸੀਂ ਅਗਰ ਚਾਹੁੰਦੇ ਹੋ ਕਾਰਡਬੋਰਡ ਲੈ ਕੇ ਆਉਣਾ ਤੇ ਆ ਸਕਦੇ ਆ, ਅਦਰਵਾਈਜ਼ ਬੈਂਚਸ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਹੁੰਦੇ ਆ। ਯੂ ਕੈਨ ਯੂਜ਼ ਦੈਟ ਬੈਂਚ ਆਲਸੋ ਐਜ਼ ਅ ਕਾਰਡਬੋਰਡ, ਐਂਡ ਸ਼ੀਟ ਥਿਕ ਹੁੰਦੀ ਹੈ ਐਜ਼ ਅ ਬੁਕਲੇਟ। ਇਸ ਕਰਕੇ ਕਾਰਡਬੋਰਡ ਦੀ ਜ਼ਰੂਰਤ ਅਗਰ ਤੁਹਾਨੂੰ ਫੀਲ ਹੁੰਦੀ ਹੈ ਤਾਂ ਤੁਸੀਂ ਕਾਰਡਬੋਰਡ ਲੈ ਕੇ ਆ ਸਕਦੇ ਆ। ਫਸਟ ਡੇ ਦੇਖ ਲਓ, ਉਸ ਤੋਂ ਬਾਅਦ ਐਜ਼ ਯੂ ਵਿਸ਼ ਅਗਰ ਤੁਸੀਂ ਲੈ ਕੇ ਆਉਣਾ ਚਾਹੁੰਦੇ ਆ ਤਾਂ ਲੈ ਸਕਦੇ ਆ, ਰਾਈਟ। ਔਰ ਅਗਰ ਕਿਸੇ ਹੋਰ ਚੀਜ਼ ਦੇ ਲਈ ਕਨਫਿਊਜ਼ਨ ਹੋਏਗੀ ਤਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰਕੇ ਵੀ ਪੁੱਛ ਸਕਦੇ ਆ। ਥੈਂਕ ਯੂ ਸੋ ਮਚ ਸਟੂਡੈਂਟਸ।